ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਾਂ ਅਗਲੀ ਸ਼ਲੋਕ ਤੇ ਅਸ਼ਪਦੀ ਦਾ ਵਿਚਾਰ ਰੱਖਾਂਗਾ। ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਇਹਦੇ ਵਿੱਚ ਮਹਾਰਾਜ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਨੇ ਕਿ ਜਿਸ ਮਨੁੱਖ ਨੇ ਸਤਿਪੁਰਖ ਦੇ ਕਾਰਜਕਲਾਪ ਨੂੰ ਜਾਣ ਲਿਆ, ਸਮਝ ਲਿਆ, ਉਹ ਸਤਿਗੁਰੂ ਬਣੇਗਾ। ਦੂਜਾ ਕੋਈ ਸਤਿਗੁਰੂ ਨਹੀਂ ਹੈ। ਜੋ ਸਤਿਪੁਰਖ ਨੂੰ ਜਾਣ ਜਾਂਦਾ ਹੈ ਉਹ ਸਤਿਗੁਰੂ ਕਹਿਲਾਂਦਾ ਹੈਗਾ। ਹੁਣ ਸਤਿਗੁਰੂ ਦੀ ਦੂਜੀ ਪਛਾਣ ਕੀ ਹੈ? ਤਿਸਕੇ ਸੰਗ ਸਿੱਖ ਉਧਰੈ। ਉਹਦਾ ਸੰਗ ਕਰਕੇ ਸਿੱਖ ਜਿਹੜੇ ਨੇ ਉਹਨਾਂ ਦਾ ਵੀ ਉद्धार ਹੋ ਜਾਂਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਪਾਤਸ਼ਾਹ, ਦਸੋਂ ਗੁਰੂ ਔਰ ਜੋਤ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਜੀ, ਇਹ ਹੈਗੇ ਨੇ ਸਤਿਗੁਰੂ, ਕਿਉਂਕਿ ਇਹ ਸਤਿਪੁਰਖ ਨੂੰ ਜਾਣਦੇ ਨੇ। ਗੁਰੂ ਨਾਨਕ ਦੇਵ ਜੀ ਕਰੀਬ 3 ਦਿਨ ਰਾਵੀ ਨਦੀ ਵਿੱਚ ਜਿਹੜਾ ਹੈ ਅੰਦਰ ਚਲੇ ਗਏ। ਉਹਨਾਂ ਨੂੰ ਐਨਲਾਈਟਨਮੈਂਟ ਹੋਇਆ। ਉਹਨਾਂ ਨੇ ਪੂਰਨ ਰੂਪ ਤੇ ਜਾਣਕਾਰੀ ਹਾਸਿਲ ਹੋ ਗਈ ਕਿ ਸਤਿਪੁਰਖ ਕੀ ਹੈ। ਉਹ ਜਦ ਬਾਹਰ ਨਿਕਲੇ ਤੇ ਉਹਨਾਂ ਨੇ ਮੂਲ ਮੰਤਰ ਦਾ ਉਚਾਰਨ ਕੀਤਾ। ਜਿਸ ਮੂਲ ਮੰਤਰ ਤੋਂ ਇਹ ਗੱਲ ਜਿਹੜੀ ਹੈ ਸਾਬਿਤ ਹੋ ਜਾਂਦੀ ਹੈ ਕਿ ਸਤਿਪੁਰਖ ਨੂੰ ਗੁਰੂ ਨਾਨਕ ਦੇਵ ਜੀ ਨੇ ਜਾਣ ਲਿਆ। ਇੱਕ ਓਂਕਾਰ ਕਿ ਪਰਮਾਤਮਾ ਜਿਹੜਾ ਹੈ ਉਹ ਇੱਕ ਹੈਗਾ, ਸਤਨਾਮ, ਔਰ ਉਹਦਾ ਨਾਮ ਜਿਹੜਾ ਹੈ ਉਹ ਸੱਚਾ ਹੈ, ਕਰਤਾ ਪੁਰਖ। ਇਹ ਲਾਈਨ ਤੋਂ ਸਮਝ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਾਣਕਾਰੀ ਉਹਨਾਂ ਨੂੰ ਪੂਰੀ ਹਾਸਿਲ ਹੋ ਗਈ ਸੀ। ਜਦ ਉਹ 3 ਦਿਨ ਚੁੱਭੀ ਮਾਰ ਕੇ ਅੰਦਰ ਬੈਠੇ ਰਹੇ ਤੇ ਪਿੰਡ ਦੇ ਲੋਕ ਉਹਨਾਂ ਨੂੰ ਬਾਹਰ ਢੂੰਡਦੇ ਰਹੇ। ਇਹ ਸਾਖੀ ਆਪਾਂ ਚੰਗੀ ਤਰ੍ਹਾਂ ਸੁਣੀ ਹੈ। ਔਰ ਮੂਲ ਮੰਤਰ ਇਹ ਸਾਬਿਤ ਕਰ ਦਿੰਦਾ ਹੈ ਕਿ ਉਹਨਾਂ ਨੇ ਸਤਿਪੁਰਖ ਨੂੰ ਜਾਣ ਲਿਆ, ਪਛਾਣ ਲਿਆ। ਔਰ 1-2 ਲਾਈਨਾਂ ਵਿੱਚ ਹੀ ਉਹਨਾਂ ਨੇ ਦੱਸ ਦਿੱਤਾ ਕਰਤਾ ਪੁਰਖ। ਹੁਣ ਕਰਤਾ ਪੁਰਖ ਦੀ ਕੀ ਗੁਣ ਹੈ? ਨਿਰਭਉ, ਉਹਨੂੰ ਕੋਈ ਕਿਸੇ ਦਾ ਭੈ ਨਹੀਂ। ਨਿਰਵੈਰ, ਉਸ ਨੂੰ ਕਿਸੇ ਦਾ ਵੈਰ ਨਹੀਂ ਹੈਗਾ। ਅਕਾਲ ਮੂਰਤ, ਕਈ ਕਾਲਾਂ ਤੋਂ ਹੈ, ਕਈ ਕਾਲਾਂ ਤੱਕ ਰਹੇਗਾ। ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹਨਾਂ ਨੂੰ ਚੁੱਭੀ ਮਾਰਨ ਤੋਂ ਬਾਅਦ ਹਾਸਿਲ ਹੋ ਗਈ। ਔਰ ਇਹ ਮੂਲ ਮੰਤਰ ਇਹ ਗੱਲ ਦੱਸਦੇ ਨੇ ਕਿ ਭਾਈ ਗੁਰੂ ਨਾਨਕ ਦੇਵ ਜੀ ਨੂੰ ਸਤਿਪੁਰਖ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਹਾਸਿਲ ਹੋ ਗਈ ਹੈ। ਅਜੂਨੀ ਸਾਹਿਬੰਗ, ਉਹਦੀ ਕੋਈ ਜੂਨ ਨਹੀਂ ਹੈ, ਉਹ ਕਿਸੇ ਜੂਨ ਵਿੱਚ ਨਹੀਂ ਹੈ। ਗੁਰ ਪ੍ਰਸਾਦ, ਟੈਕਨੀਕ ਦੀ ਕਿਰਪਾ ਨਾਲ ਉਹ ਤੁਹਾਨੂੰ ਵੀ ਪ੍ਰਾਪਤ ਹੋਏਗੀ, ਕਿਉਂਕਿ ਗੁਰੂ ਸਾਹਿਬ ਨੇ ਸੁਣਨ ਨੂੰ ਜਿਹੜੀ ਦੱਸਿਆ ਕਿ ਅਨਾਹਤ ਨਾਥ ਸੁਣਨ ਨਾਲ ਸਾਰੀ ਗੱਲਾਂ ਵਾਪਰਦੀਆਂ ਹਨ। ਅੰਦਰ ਵੀ ਜਾ ਕੇ ਕੀ ਕੀਤਾ ਇਹ ਨਹੀਂ ਦਰਸਾਇਆ ਗਿਆ ਕਿਧਰੇ ਵੀ, ਲੇਕਿਨ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਇਹ ਦਰਸਾ ਦਿੱਤਾ ਕਿ ਬਈ ਮੈਂ ਹੁਣ ਸਤਿਪੁਰਖ ਦੇ ਬਾਰੇ ਵਿੱਚ ਜਾਣਕਾਰੀ ਮੈਨੂੰ ਪੂਰੀ ਪ੍ਰਾਪਤ ਹੈ। ਇਸ ਮੂਲ ਮੰਤਰ ਨੂੰ ਤੁਸੀਂ ਸਮਝ ਲਓ। ਉਹ ਸਤਿਪੁਰਖ ਦੇ ਬਾਰੇ ਵਿੱਚ ਦੱਸਿਆ ਗਿਆ। ਪੰਚਮ ਪਾਤਸ਼ਾਹ ਇੱਥੇ ਦੱਸ ਰਹੇ ਨੇ, ਸਤਿਪੁਰਖ ਜਿਨ ਜਾਣਿਆ, ਜਿਸਨੇ ਸਤਿਪੁਰਖ ਨੂੰ ਜਾਣ ਲਿਆ, ਸਤਿਗੁਰ ਤਿਸ ਕਾ ਨਾਉ। ਉਹਦਾ ਨਾਂ ਜਿਹੜਾ ਸਤਿਗੁਰੂ ਕਹਿਲਾਂਦਾ, ਉਹ ਮਨੁੱਖ ਜੂਨ ਵਿੱਚ। ਤਿਨਕੇ ਸੰਗ ਸਿੱਖ ਉਧਰੇ, ਉਹਨਾਂ ਦੇ ਨਾਲ ਸਿੱਖ ਵੀ ਜਿਹੜੇ ਨੇ ਉਹਨਾਂ ਦਾ ਵੀ ਉद्धार ਹੋ ਗਿਆ। ਨਾਨਕ ਹਰ ਗੁਣ ਗਾਓ, ਨਾਨਕ ਕਹਿ ਰਹੇ ਨੇ ਕਿ ਹਰੀ ਦੇ ਗੁਣਾਂ ਦਾ ਗਾਇਨ ਕਰੋ। ਹੁਣ ਸਿੱਖੀ ਇਤਿਹਾਸ ਦੇ ਪਿੱਛੇ ਦੀ ਆਪਾਂ ਝਾਤ ਮਾਰਾਂਗੇ ਤਾਂ ਸਾਨੂੰ ਬਿਲਕੁਲ ਕਲੀਅਰ ਸਮਝ ਆ ਜਾਏਗਾ ਕਿ ਜਿਹੜਾ ਮੂਲ ਮੰਤਰ ਹੈ ਉਹ ਸਤਿਪੁਰਖ ਦੀ ਜਾਣਕਾਰੀ ਹੈ। ਜਿਸਨੇ ਸਤਿਪੁਰਖ ਨੂੰ ਜਾਣ ਲਿਆ ਉਹ ਸਤਿਗੁਰੂ ਕਹਿਲਾਏਗਾ, ਉਹ ਕਹਿਲਾਂਦਾ ਹੈ, ਹੁੰਦਾ ਹੈ ਵੀ। ਹੁਣ ਦੂਜੀ ਗੱਲ ਲਿਖ ਰਹੇ ਨੇ ਕਿ ਜਿਸਕੇ ਸੰਗ ਸਿੱਖ ਉਧਰੇ,
ਹੁਣ ਗੁਰੂ ਲਹਿਣਾ ਜੀ ਜਿਹੜੇ ਸੀਗੇ ਉਹ ਬਿਜ਼ਨਸਮੈਨ ਸੀਗੇ, ਸਾਧਾਰਣ ਸੀਗੇ, ਲੇਕਿਨ ਗੁਰੂ ਨਾਨਕ ਦੇਵ ਜੀ ਦੇ ਫਾਰਮੂਲੇ ਨੂੰ ਪਕੜ ਕੇ ਉਹ ਵੀ ਗੁਰੂ ਸਾਹਿਬ ਬਣੇ। ਸਿੱਖਾਂ ਦੇ ਸੈਕੰਡ ਗੁਰੂ ਜਿਹੜੇ ਹੈਗੇ ਨੇ ਗੁਰੂ ਅੰਗਦ ਦੇਵ ਜੀ, ਪਹਿਲੇ ਉਹਨਾਂ ਦਾ ਨਾਮ ਸੀਗਾ ਲਹਿਣਾ ਜੀ, ਲੇਕਿਨ ਉਹ ਵੀ ਸਤਪੁਰਖ ਬਣ ਗਏ ਕਿਉਂਕਿ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਤੋਂ ਪੂਰੀ ਗਿਆਨ ਹਾਸਿਲ ਕੀਤੀ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਨਦੀ ਦੇ ਅੰਦਰ ਹੀ ਜਾਣਾ ਪਏਗਾ, ਇਹ ਕੋਈ ਜ਼ਰੂਰੀ ਨਹੀਂ ਹੈ। ਸਤਪੁਰਖ ਦਾ ਗਿਆਨ ਤੁਹਾਨੂੰ ਕਿਤੇ ਵੀ ਆ ਮਿਲ ਸਕਦਾ, ਲੇਕਿਨ ਜਿਹੜਾ ਅਨੁਭਵੀ ਗੁਰੂ ਰਹਿੰਦਾ ਹੈਗਾ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਅਨੁਭਵ ਹੋ ਗਿਆ, ਤਾਂ ਫਿਰ ਉਹਨਾਂ ਨੇ ਜਿਹੜਾ ਗੁਰੂ ਅੰਗਦ ਦੇਵ ਜੀ ਨੂੰ ਵੀ ਦਿਖਾਇਆ, ਦੇਖੋ ਭਾਈ ਦੂਜੀ ਗੱਲ ਵੀ ਜਿਹੜੀ ਗੁਰੂ ਅਰਜਨ ਪਾਤਸ਼ਾਹ ਨੇ ਲਿਖੀ ਉਹ ਸੱਤ ਹੈ। ਤਿਸਕੇ ਸੰਗ ਸਿੱਖ ਉਧਰੇ। ਗੁਰੂ ਲਹਿਣਾ ਜੀ ਜਿਹੜੇ ਸੀਗੇ, ਮਤਲਬ ਗੁਰੂ ਅੰਗਦ ਦੇਵ ਜੀ ਪਹਿਲੇ ਲਹਿਣਾ ਸੀਗੇ, ਉਹਨਾਂ ਦਾ ਵੀ ਉद्धार ਹੋ ਗਿਆ। ਇੱਕ ਸਿੱਖ ਵੀ ਜਿਹੜਾ ਗੁਰੂ ਦੀ ਪਦਵੀ ਤੱਕ ਪਹੁੰਚ ਗਿਆ, ਇਹ ਪ੍ਰੂਫ ਕਰਕੇ ਗਏ ਗੁਰੂ ਨਾਨਕ ਦੇਵ ਜੀ। ਔਰ ਇਹ ਜਿਹੜਾ ਸ਼ਲੋਕ ਹੈ ਇਹਦੀ ਗਹਿਰਾਈ ਨੂੰ ਪਕੜੋਗੇ, ਇਹ ਬਹੁਤ ਡੂੰਘਾ ਜਿਹੜਾ ਹੈਗਾ ਗਿਆਨ ਦਿੰਦਾ ਹੈ। ਸਤਪੁਰਖ ਉਹ ਹੈਗਾ ਜਿਹੜਾ ਪੂਰਾ ਫੈਲਾ ਹੋਇਆ, ਜਿਸ ਦਾ ਪੂਰਾ ਫੈਲਾ ਹੋਇਆ, ਜਿਸਨੇ ਸਭ ਕੁਝ ਕੀਤਾ ਹੋਇਆ। ਇਹ ਗੱਲ ਗੁਰੂ ਨਾਨਕ ਦੇਵ ਜੀ ਜਿਹੜੀ ਹੈ ਨਾ, ਚੁੱਭੀ ਮਾਰਨ ਤੋਂ ਬਾਅਦ ਉਹਨਾਂ ਨੇ ਮੂਲ ਮੰਤਰ ਉਚਾਰਨ ਕੀਤਾ, ਉਹ ਜੋ ਇੱਕ ਪ੍ਰੂਫ ਹੈ ਕਿ ਭਾਈ ਇਹ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਗੁਰੂ ਦੀ ਗੱਦੀ ਤੱਕ ਪਹੁੰਚ ਗਿਆ ਕਿਉਂਕਿ ਉਹਨਾਂ ਨੇ ਸਤਪੁਰਖ ਨੂੰ ਜਾਣ ਲਿਆ। ਔਰ ਦੂਜੀ ਗੱਲ ਗੁਰੂ ਅਰਜਨ ਦੇਵ ਜੀ ਲਿਖਦੇ ਕਿ ਉਹਨਾਂ ਦੇ ਸੰਗ ਕਰਨ ਨਾਲ ਸਿੱਖ ਵੀ ਉਧਾਰ ਹੋ ਜਾਂਦਾ, ਤੇ ਜਿਹੜਾ ਸਿੱਖ ਸੀਗਾ ਉਹਦਾ ਵੀ ਉद्धार ਹੋ ਗਿਆ। ਇੱਕ ਹੀ ਨਹੀਂ ਹੋਇਆ, ਫਿਰ ਇਸ ਤਰ੍ਹਾਂ ਹੌਲੇ ਹੌਲੇ ਕਈ ਹੋਏ ਨੇ। ਇਹ ਬਹੁਤ ਡੂੰਘੀ ਗੱਲਾਂ ਨੇ, ਇਹਨਾਂ ਨੂੰ ਸਮਝਣਾ ਹੀ ਸਿੱਖੀ ਨੂੰ ਸਮਝਣਾ ਹੈਗਾ। ਹੁਣ ਅਬ ਆਪਾਂ ਅੱਗੇ ਚਲਤੇ ਹਾਂ। ਅਸ਼ਟਪਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾਲ। ਜਿਹੜਾ ਸਤਿਗੁਰੂ ਹੈ ਉਹ ਸਿੱਖ ਦੀ ਪ੍ਰਤਿਪਾਲਨਾ ਕਰਦਾ, ਹਰ ਪਲ ਉਸ ਨੂੰ ਪਾਲਦਾ ਹੈਗਾ, ਹਰ ਪਲ ਉਸ ਨੂੰ ਉਹ ਵਿਟਾਮਿਨਸ ਵਗੈਰਾ ਦਿੰਦਾ ਹੈ। ਇੱਥੇ ਆਮ ਵਿਟਾਮਿਨ ਨਹੀਂ ਹੈ, ਇਹ ਦਿਮਾਗੀ ਜਿਹੜੇ ਹੈਗੇ ਨੇ ਚਾਹੀਦੀ ਰਹਿੰਦੀ ਹੈ ਖੁਰਾਕ, ਭਜਨ ਕੀਰਤਨ ਗਾਈਡੈਂਸ, ਉਹ ਸਤਿਗੁਰੂ ਦਿੰਦਾ ਹੈ। ਫਿਰ ਹੌਲੇ ਹੌਲੇ ਇਹ ਜਿਹੜਾ ਸ਼ਿਸ਼ ਹੈਗਾ ਉਹ ਅੱਗੇ ਵੱਧਦਾ ਹੈਗਾ। ਫਿਰ ਅੱਗੇ ਵੱਧਦੇ ਉਹ ਵੀ ਜਿਹੜਾ ਹੈ ਗੁਰੂ ਦੀ ਪਦਵੀ ਤੱਕ ਗੁਰੂ ਨਾਨਕ ਦੇਵ ਜੀ ਪਹੁੰਚਾ ਕੇ ਗਏ। ਲੇਕਿਨ ਕੋਈ ਵੀ ਹੋਰ ਧਰਮਾਂ ਵਿੱਚ ਦੇਖ ਲਓ, ਲੀਡਰਾਂ ਨੂੰ ਵੇਖ ਲਓ, ਰਿਲੀਜੀਅਸ ਲੀਡਰ ਜਿਤਨੇ ਵੀ ਹੈਗੇ ਨੇ, ਜਾਂ ਜੀਸਸ ਹੈ, ਮੁਹੰਮਦ ਸਾਹਿਬ ਹੈ, ਉਹਨਾਂ ਦਾ ਸੈਕੰਡ ਮੈਨ ਤਿਆਰ ਨਹੀਂ ਹੋਇਆ। ਮਤਲਬ ਉਹਨਾਂ ਦਾ ਜਿਹੜਾ ਪ੍ਰਿੰਸੀਪਲ ਸੀਗਾ, ਜਿਹੜੇ ਉਹ ਦੱਸ ਕੇ ਗਏ ਸੀਗੇ, ਉਹ ਗੁਰੂ ਨਾਨਕ ਜੀ ਵਰਗੇ ਨਹੀਂ ਸੀਗੇ। ਉਹਨਾਂ ਦੇ ਜਿਹੜੇ ਸਿਧਾਂਤ ਸਨ, ਉਹਨਾਂ ਦੇ ਨਾਲ ਉਹਨਾਂ ਦਾ ਦੂਜਾ ਨਹੀਂ ਬਣ ਸਕਿਆ। ਲੇਕਿਨ ਇੱਥੇ ਜਿਹੜਾ ਸਾਡਾ ਸਿਧਾਂਤ ਹੈ ਉਹ ਅਟੂਟ ਹੈਗਾ, ਅਟਲ ਹੈਗਾ, ਕਰਕੇ ਦਿਖਾਇਆ ਪ੍ਰੈਕਟੀਕਲੀ। ਇਹ ਪ੍ਰੈਕਟੀਕਲ ਵਿੱਚ ਸੈਕੰਡ ਮੈਨ ਜਿਹੜਾ ਹੈ ਨਾ ਉਹ ਐਲੀਵੇਟ ਹੋ ਗਿਆ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ। ਫਿਰ ਇਹੀ ਸਿਧਾਂਤ 10 ਗੁਰੂਆਂ ਤੱਕ ਗਿਆ ਹੈਗਾ। ਫਿਰ ਇਹੀ ਸਿਧਾਂਤ ਜਿਹੜਾ ਲਿਖਤ ਵਿੱਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਫਾਰਮ ਵਿੱਚ ਪਿਆ ਹੈ। ਹੁਣ ਹੋਰ ਵੀ ਕਈ ਇਸ ਤਰ੍ਹਾਂ ਦੇ ਸੰਤ ਮਹਾਤਮਾ ਹੋਏ ਨੇ, ਉਹਨਾਂ ਨੂੰ ਆਪਾਂ 12ਵਾਂ ਗੁਰੂ ਜਾਂ 13ਵਾਂ ਨਹੀਂ ਆਖ ਸਕਦੇ, ਲੇਕਿਨ ਉਹ ਸੰਤ ਦੀ ਪਦਵੀ ਤੱਕ ਪਹੁੰਚੇ ਨੇ, ਉਹ ਹਾਇਰ ਸਟੇਟ ਤੱਕ ਪਹੁੰਚੇ ਨੇ। ਐਸਾ ਨਹੀਂ ਕਿ ਨਹੀਂ ਪਹੁੰਚੇ ਨੇ, ਕਈ ਹੈਗੇ ਨੇ ਜਿਹੜੇ ਪਹੁੰਚ ਗਏ ਨੇ ਔਰ ਉਹਨਾਂ ਨੇ ਕੌਮ ਵਾਸਤੇ ਔਰ ਆਪਣੀ ਸਿੱਖੀ ਵਾਸਤੇ ਅਟੁੱਟ ਬਲਿਦਾਨ ਦਿੱਤੇ ਨੇ, ਤੇ ਕਈ ਕਾਰਜ ਕਰਕੇ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਸ ਫਾਰਮੂਲੇ ਨੂੰ ਹੀ ਅਪਲਾਈ ਕੀਤਾ ਹੈ। ਅਸ਼ਟਪਦੀ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਵਕ ਦੇ ਉੱਤੇ ਜਿਹੜਾ ਗੁਰੂ ਹੈ ਉਹ ਸਦਾ ਦਿਆਲ ਰਹਿੰਦਾ ਹੈ। ਸਿੱਖੀ ਗੁਰ ਦੁਰਮਤ ਮਿਲ ਹਿਰੇ। ਜਿਹੜਾ ਸਿੱਖ ਰਹਿੰਦਾ ਹੈਗਾ ਉਹਦੇ ਵਿੱਚ ਜਿਹੜੀ ਗੰਦੀ ਮਤ ਰਹਿੰਦੀ ਹੈ ਉਹ ਹਿਰ ਲੈਂਦਾ ਹੈ, ਉਹਨੂੰ ਖਤਮ ਕਰ ਦਿੰਦਾ ਹੈ ਜਿਹੜਾ ਸੱਚਾ ਗੁਰੂ ਹੈ। ਗੁਰਚਰਨੀ ਗੁਰ ਬਚਨੀ ਹਰ ਨਾਮ ਸੁਨੇ। ਗੁਰੂ ਦਾ ਬਚਨ ਕੀ ਹੈ? ਆਪਾਂ ਨੂੰ ਗੁਰੂ ਦੇ ਬਚਨ ਸਮਝਣੇ ਬਹੁਤ ਜ਼ਰੂਰੀ ਹੈ। ਹਰੀ ਦਾ ਨਾਮ ਜਿਹੜਾ ਹੈ ਉਹ ਗੁਰੂ ਦੱਸਦਾ ਹੈ ਕਿ ਹਰੀ ਹਰੀ ਜਪ, ਵਾਹਿਗੁਰੂ ਵਾਹਿਗੁਰੂ ਜਪ, ਉਹ ਗੁਰੂ ਦੱਸਦਾ ਹੈਗਾ। ਇਹ ਉਹਨਾਂ ਦੇ ਬਚਨ ਨੇਗੇ।
ਜੇ ਆਪਾਂ ਗੁਰੂ ਦੇ ਬਚਨ ਨੂੰ ਫਾਲੋ ਕਰਾਂਗੇ ਤੇ ਫਿਰ ਉਸ ਤੋਂ ਵਧੀਆ ਕੋਈ ਗੱਲ ਹੀ ਨਹੀਂ ਹੈ। ਸਤਿਗੁਰ ਸਿੱਕੇ ਬੰਧਨ ਕਾਟੇ, ਜਿਤਨੇ ਵਿਕਾਰ ਦੇ ਬੰਧਨ ਹਨ ਉਹ ਸਤਿਗੁਰ ਕੱਟ ਦਿੰਦਾ ਹੈਗਾ। ਗੁਰ ਕਾ ਸਿੱਖ ਵਿਕਾਰ ਤੇ ਹਾਟੇ, ਗੁਰੂ ਦਾ ਜਿਹੜਾ ਸਿੱਖ ਹੈਗਾ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਜੈਸਾ ਧਨ ਜਿਹੜਾ ਹੈ ਉਹ ਸਤਿਗੁਰ ਸਿੱਖ ਨੂੰ ਆਪਣੇ ਦੇ ਦਿੰਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ, ਗੁਰੂ ਅੰਗਦ ਦੇਵ ਜੀ ਨੇ ਅਗਲੇ ਗੁਰੂ ਅਮਰਦਾਸ ਜੀ ਨੂੰ ਦਿੱਤਾ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤਾ। ਇਸ ਤਰ੍ਹਾਂ ਅੱਗੇ ਵੱਧਦੇ ਵੱਧਦੇ ਉਹ ਹੁਣ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਈਆਂ ਨੇ। ਔਰ ਇਹ ਹਮੇਸ਼ਾ ਜਿਹੜਾ ਬਾਣੀ ਰੂਪ ਹੀ ਹੈਗਾ, ਇਹ ਫਿਜ਼ੀਕਲੀ ਕੋਈ ਗੱਲ ਨਹੀਂ ਹੁੰਦੀ, ਲੇਕਿਨ ਬਾਣੀ ਹੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਦੇ ਥਰੂ ਗੁਰੂ ਅੰਗਦ ਦੇਵ ਜੀ ਨੂੰ ਸਮਝਾਇਆ, ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਮਝਾਇਆ। ਇਸੇ ਕਰਕੇ ਸਾਡੇ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਨੂੰ ਵੀ ਗੁਰੂ ਮੰਨਿਆ, ਸ਼ਬਦ ਨੂੰ ਵੀ ਗੁਰੂ ਮੰਨਿਆ, ਪਵਨ ਨੂੰ ਵੀ ਗੁਰੂ ਮੰਨਿਆ ਹੈ। ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੀਏ ਹਮਾਰਾ, ਆਦਿ ਤੋਂ ਅੰਤ ਤੱਕ ਜਿਹੜਾ ਅਵਤਰਿਤ ਹੈ ਉਹ ਵੀ ਗੁਰੂ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਗਏ ਨੇ, ਚੌਪਾਈ ਵਿੱਚ ਆਂਦੀ ਇਹ ਰਚਨਾ, ਇਹ ਲਾਈਨਾਂ। ਤੇ ਗੁਰੂ ਦੀ ਮਹਿਮਾ ਜਿਹੜੀ ਹੈ ਬਹੁਤ ਹੈ। ਗੁਰੂ ਗਿਆਨ ਦਿੰਦਾ, ਚਾਹੇ ਉਹ ਸ਼ਬਦ ਦੇ ਥਰੂ ਦੇਵੇ, ਚਾਹੇ ਉਹ ਲਿਖਤ ਦੇ ਰੂਪ ਵਿੱਚ ਦੇਵੇ, ਜਾਂ ਉਹ ਸਿਗਨਲ ਟਰਾਂਸਮਿਟ ਕਰੇ ਤੁਹਾਡੇ ਸਬਕੌਂਸ਼ੀਅਸ ਬ੍ਰੇਨ ਦੇ ਅੰਦਰ ਜਦ ਤੁਸੀਂ ਸਾਧਨਾ ਧਿਆਨ ਵਿੱਚ ਮਗਨ ਰਹਿੰਦੇ। ਉਹ ਕਿਸੇ ਵੀ ਰੂਪ ਵਿੱਚ ਆ ਕੇ, ਵਾਈਬ੍ਰੇਸ਼ਨ ਦੇ ਰੂਪ ਵਿੱਚ ਆ ਕੇ ਵੀ ਗਿਆਨ ਤੁਹਾਡਾ ਐਲੀਵੇਟ ਕਰ ਸਕਦਾ ਹੈ। ਗੁਰ ਕਾ ਸਿੱਖ ਵਿਕਾਰ ਤੇ ਹਟੇ, ਗੁਰ ਕਾ ਸਿੱਖ ਵਡਭਾਗੀ ਹੈ। ਗੁਰੂ ਦਾ ਜਿਹੜਾ ਸਿੱਖ ਹੈ ਉਹ ਉਤਨਾ ਹੀ ਵੱਡੇ ਭਾਗਾਂ ਵਾਲਾ ਹੈ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਸਨ ਤੇ ਹੋਰ ਬਾਕੀ ਗੁਰੂ ਸਨ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਸਤਿਗੁਰ ਜਿਹੜਾ ਹੈ ਉਹ ਸਿੱਖ ਦਾ ਹਲਤ ਪਲਤ ਸਵਾਰ ਲੈਂਦਾ ਹੈ। ਜੋ ਵੀ ਉਹਦੀ ਕਮੀਆਂ ਰਹਿੰਦੀਆਂ ਉਹਦੀ ਹਾਲਾਤ ਨੂੰ ਠੀਕ ਕਰਦਾ ਹੈ ਪਹਿਲੇ। ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ, ਸਤਿਗੁਰ ਜਿਹੜਾ ਹੈ ਉਹ ਜੀ ਜਾਨ ਨਾਲ ਸੰਭਾਲ ਕੇ ਰੱਖਦਾ ਆਪਣੇ ਸਿੱਖ ਨੂੰ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਜੋ ਸੇਵਕ ਗੁਰੂ ਦੇ ਗ੍ਰਹਿ ਵਿੱਚ ਲੱਗ ਜਾਂਦਾ ਹੈ, ਗੁਰ ਕੀ ਆਗਿਆ ਮਨ ਮੇਂ ਸਹੇ, ਗੁਰੂ ਦੀ ਆਗਿਆ ਨੂੰ ਮਨ ਵਿੱਚ ਸਹਿੰਦਾ ਹੈ। ਆਪਸ ਕੋ ਕਰ ਕਛ ਨਾ ਜਨਾਵੇ, ਆਪਣੇ ਆਪ ਨੂੰ ਕੋਈ ਜਨਾਂਦਾ ਨਹੀਂ ਕਿ ਮੈਂ ਇਹ ਹਾਂ ਮੈਂ ਉਹ ਹਾਂ। ਗੁਰੂ ਦੇ ਅੱਗੇ ਜਿਹੜਾ ਉਹ ਬੈਂਡ ਰਹਿੰਦਾ ਹੈ, ਝੁਕਿਆ ਰਹਿੰਦਾ ਹੈ, ਸਮਰਪਿਤ ਰਹਿੰਦਾ ਹੈ। ਔਰ ਫਿਰ ਗੁਰੂ ਜਿਹੜਾ ਹੈ ਉਸ ਨੂੰ ਸੰਭਾਲ ਕੇ ਰੱਖਦਾ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਆਪਣੇ ਮਨ ਨੂੰ ਵੇਚ ਦਿੰਦਾ ਸਤਿਗੁਰ ਦੇ ਕੋਲ। ਵੇਚ ਦਿੰਦਾ ਮਤਲਬ ਪੈਸੇ ਦੇ ਕੇ ਵੇਚਦਾ ਨਹੀਂ ਹੈ, ਇਹ ਖਰੀਦ ਵੇਚ ਨਹੀਂ ਹੋ ਰਹੀ, ਮਤਲਬ ਅੱਗੇ ਰੱਖ ਦਿੰਦਾ ਹੈ, ਭਾਈ ਇਹ ਤੇਰਾ ਹੈ, ਇਹ ਮਨ ਨੂੰ ਵੀ ਤੂੰ ਹੀ ਠੀਕ ਕਰ। ਇਹਦੇ ਵਿੱਚ ਕਈ ਗੜਬੜੀਆਂ ਉਤਪੰਨ ਹੋ ਰਹੀਆਂ ਨੇ, ਇਹ ਮਨ ਨੂੰ ਵੀ ਜਿਹੜਾ ਤੂੰ ਠੀਕ ਕਰ। ਤਿਸ ਸੇਵਾ ਕਰਤ ਹੋਏ ਨਿਕਾਮੀ, ਜਿਸ ਤਰ੍ਹਾਂ ਮਨੁੱਖ ਜਾਂ ਸੇਵਾਦਾਰ ਜਾਂ ਸਿੱਖ ਯਾਦ ਕਰਦਾ ਹੈ ਆਪਣੇ ਗੁਰੂ ਨੂੰ, ਉਸ ਤਰ੍ਹਾਂ ਉਹਦਾ ਜਿਹੜਾ ਹੈ ਸਵਾਰਾ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਫਿਰ ਉਸ ਨੂੰ ਕੀ ਹੁੰਦਾ, ਸੁਆਮੀ ਪ੍ਰਾਪਤ ਹੋ ਜਾਂਦਾ ਹੈ, ਲੇਕਿਨ ਇਹਦੇ ਵਿੱਚ ਕੁਝ ਸਮਾਂ ਲੱਗਦਾ ਹੈ। ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅਰਜਨ ਪਾਤਸ਼ਾਹ ਲਿਖਦੇ ਨੇ, ਕਿਉਂਕਿ ਜੋਤ ਇੱਕੋ ਹੈ, ਨਾਨਕ ਨਾਨਕ ਇਸ ਕਰਕੇ ਲਿਖਿਆ ਰਹਿੰਦਾ, ਇੱਕੋ ਜੋਤ ਹੈਗੀ, ਉਹ ਗੁਰੂ ਨਾਨਕ ਦੇਵ ਜੀ ਦੀ ਹੈਗੀ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਜੋਤ ਜਿਹੜੀ, ਆਪਣਾ ਗਿਆਨ ਰੂਪੀ ਜੋਤ ਜਿਹੜੀ ਅੱਗੇ ਦੇ ਕੇ ਗਏ। ਫਿਰ ਅੱਗੇ ਤੋਂ ਅੱਗੇ 10 ਗੁਰੂਆਂ ਸਾਹਿਬਾਨ ਤੱਕ ਚਲਦੀ ਰਹੀ। ਹੁਣ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ ਜੋਤ ਵਿਦਮਾਨ ਹੈ, ਵਿਰਾਜਮਾਨ ਹੈ, ਕੋਈ ਵੀ ਸਿੱਖ ਜਾ ਕੇ ਲੈ ਸਕਦਾ ਹੈ। ਗੁਰ ਕੀ ਮਤ, ਗੁਰੂ ਦੀ ਜਿਹੜੀ ਮਤ ਹੈਗੀ ਉਹ ਲਓ, ਗੁਰੂ ਦੀ ਜਿਹੜੀ ਸਿੱਖਿਆ ਹੈ ਉਹ ਲਓ। 20 ਬਿਸਵੇ ਗੁਰ ਕਾ ਮਨ ਮਾਨੈ, ਜਦੀ ਉਹਦਾ ਗੁਰੂ ਦਾ ਵਿੱਚ ਮਨ ਮਨੀ ਜਾਏ ਤਾਂ ਫਿਰ ਵਧੀਆ। ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ, ਐਸਾ ਸੇਵਕ ਜਿਹੜਾ ਹੈ ਉਸ ਨੂੰ ਪਰਮੇਸ਼ਵਰ ਦੀ ਗਤੀ ਸਮਝ ਆਣੀ ਲੱਗਦੀ ਹੈ। ਜਦ ਪਰਮੇਸ਼ਵਰ ਦੀ ਗਤੀ ਸਮਝ ਆਣ ਲੱਗੀ, ਸਮਝੋ ਕਿ ਉਹ ਵੀ ਸਤਿਪੁਰਖ ਨੂੰ ਜਾਣਨ ਲੱਗਾ। ਫਿਰ ਉਹਦੀ ਗਤੀ ਉਹੀ ਹੋਣੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਹੋਈ ਸੀ। ਤੇ ਗੁਰੂ ਸਾਹਿਬ ਉਹੀ ਚਾਹੁੰਦੇ ਨੇ ਕਿ ਤੁਹਾਡੀ ਵੀ ਉਹੀ ਗਤੀ ਹੋਏ ਤਾਂ ਕਿ ਤੁਹਾਡਾ ਵੀ ਸਪਿਰਿਚੁਅਲ ਲੈਵਲ ਜਿਹੜਾ ਉੱਤੇ ਹੋ ਜਾਏ। ਇਹ ਸਾਰੀ ਕਥਾ ਜਿਹੜੀ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਲਿਖੀ ਹੈ ਕਿ ਤੁਹਾਡੀ ਵੀ ਸਪਿਰਿਚੁਅਲਿਟੀ ਹਾਈ ਹੋ ਜਾਏ, ਵਿਸ਼ਵਾਸ बढ़ जाए
वध जाए ज़्यादा तो ज़्यादा। अनेक बार गुर को बल जाऊं, अनेका बार गुरु नूं मैं बलिहारने जाना हाँ। ਸਰਬ ਨਿਧਾਨ ਜੀ ਕਾ ਦਾਤਾ, ਸਾਰੇ ਜੀਆਂ ਦਾ ਦਾਤਾ ਉਹੀ ਹੈ ਔਰ ਨਿਧਾਨ ਨਾਲ ਚੱਲਦਾ, ਇੱਕ ਲਾਜ਼ ਨਾਲ ਚੱਲਦਾ, ਇੱਕ ਸਿਸਟਮ ਨਾਲ ਚੱਲਦਾ। ਉਹ ਲਾ ਉਹ ਨਿਧਾਨ ਨੂੰ ਆਪਾਂ ਸਮਝਣਾ ਹੈ ਔਰ ਉਸੇ ਦੇ ਤਹਿਤ ਕੰਮ ਕਰਾਂਗੇ ਤੇ ਗਤ ਮਿਤ ਜਿਹੜੀ ਇਹ ਸਮਝ ਆਉਣ ਲੱਗੇਗੀ। 8 ਪਹਿਰ ਪਾਰ ਬ੍ਰਹਮ ਰੰਗ ਰਾਤੇ, 8 ਪਹਿਰ ਜਿਹੜਾ ਹੈ ਪਾਰ ਬ੍ਰਹਮ ਦੇ ਰੰਗ ਵਿੱਚ ਰੰਗੀ ਜਾਏਗਾ। ब्रह्ममय जन जन में पार ब्रह्म, ब्रह्म ਜਿਹੜਾ ਹੈ ਪੂਰਾ ਬ੍ਰਹਿਮੰਡ ਹੈਗਾ, ਉਹਦੇ ਵਿੱਚ ਜਨ ਰਹਿੰਦੇ ਨੇ ਔਰ ਜਨ ਦੇ ਅੰਦਰ ਪਾਰ ਬ੍ਰਹਮ ਰਹਿੰਦਾ। ਹੁਣ ਦੋਵਾਂ ਗੱਲਾਂ ਆਪਾਂ ਨੂੰ ਸਮਝਣੀ। ਪੂਰਾ ਯੂਨੀਵਰਸ ਹੈ, ਉਹਦੇ ਵਿੱਚ ਬੰਦਾ ਹੈ, ਖਲੋਤਾ ਹੈ। ਉਹਦੀ ਗੱਲ ਹੈ ਬ੍ਰਹਮਮय ਜਨ, ਜਨ ਜਿਹੜਾ ਖਲੋਤਾ ਹੈ ਬ੍ਰਹਿਮੰਡ ਵਿੱਚ, ਪ੍ਰਥਵੀ ਦੇ ਉੱਤੇ ਆਪਣੇ ਘਰ ਦੇ ਉੱਤੇ ਖਲੋਤਾ ਹੋਇਆ। ਲੇਕਿਨ ਜਨਮੈ ਪਾਰ ਬ੍ਰਹਮ, ਫਿਰ ਉਹ ਜਨ ਦੇ ਅੰਦਰ ਵੀ ਪਾਰ ਬ੍ਰਹਮ ਹੈਗਾ। ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਓ। ਜਿਸ ਤਰ੍ਹਾਂ ਤੁਹਾਨੂੰ ਸਮਝ ਵਿੱਚ ਆ ਜਾਏਗਾ ਕਿ ਭਈ ਪਾਰ ਬ੍ਰਹਮ ਤੇ ਮੇਰੇ ਅੰਦਰ ਹੀ ਹੈ ਔਰ ਮੈਂ ਜਿਹੜਾ ਬ੍ਰਹਮ ਦੇ ਅੰਦਰ ਹਾਂ ਔਰ ਬ੍ਰਹਮ ਔਰ ਪਾਰ ਬ੍ਰਹਮ ਇੱਕੋ ਹੈਗਾ, ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਪਾਰ ਬ੍ਰਹਮ ਬ੍ਰਹਮ ਸਭ ਇੱਕੋ ਹੈ। ਮੈਂ ਬ੍ਰਹਮ ਦੇ ਅੰਦਰ ਹਾਂ ਔਰ ਪਾਰ ਬ੍ਰਹਮ ਮੇਰੇ ਅੰਦਰ। ਦੋਵੇਂ ਜਿਹੜੇ ਨੇ ਇੱਕ ਦੂਜੇ ਨਾਲ ਢੁਕੇ ਹੋਏ ਨੇ। ਇੱਕ ਆਪ ਨਹੀਂ ਕਛ ਭ੍ਰਮ, ਉਹ ਇੱਕੋ ਹੈਗਾ, ਕੋਈ ਇਹਦੇ ਵਿੱਚ ਭ੍ਰਮ ਪੈਦਾ ਹੋਣ ਦੀ ਲੋੜ ਨਹੀਂ ਹੈਗੀ। ਲੇਕਿਨ ਸਾਡਾ ਜਿਹੜਾ ਮਨ ਹੈ ਉਹ ਭ੍ਰਮਿਤ ਰਹਿੰਦਾ ਹੈਗਾ। ਉਹ ਮਨ ਨੂੰ ਹੀ ਕੰਟਰੋਲ ਕਰਨਾ ਹੈ। ਸਹਿਜ ਸਿਆਣਪ ਲਿਆ ਨਾ ਜਾਈਏ। ਹੁਣ ਮਹਾਰਾਜ ਦੱਸਦੇ ਨੇ ਕਿ ਸਹਿਜ ਤਰ੍ਹਾਂ ਸਿਆਣਪਾਂ ਹੋਣ ਉਹ ਕੋਈ ਕੰਮ ਨਹੀਂ ਆਣੀਆਂ। ਨਾਨਕ ਐਸਾ ਗੁਰੂ ਵਡ ਭਾਗੀ ਪਾਈਏ। ਜਦੀ ਵੱਡੇ ਭਾਗ ਹੋਣਗੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨੇੜੇ ਔਰ ਉਹਨਾਂ ਦੇ ਗਿਆਨ ਨੂੰ ਸਮਝ ਸਕਾਂਗੇ। ਇਸ ਤਰ੍ਹਾਂ ਦਾ ਜਿਹੜਾ ਬੰਦਾ ਉਹ ਵੱਡੇ ਭਾਗਾਂ ਵਾਲਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਦਰਸ਼ਨ ਤਾਂ ਹੀ ਸਫਲ ਹੋਣਗੇ ਔਰ ਦਰਸ਼ਨ ਦੇਖ ਕੇ ਤੁਸੀਂ ਪੁਨੀਤ ਹੋ ਜਾਓਗੇ। ਜਦ ਤੁਹਾਨੂੰ ਇਹ ਗੱਲ ਬਾਣੀ ਰੂਪ ਵਿੱਚ ਸਮਝ ਆ ਜਾਏਗੀ, ਸਮਝੋ ਸਮਝ ਨਾਲ ਹੀ ਦਰਸ਼ਨ ਹੋਏ। ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਫਿਜ਼ੀਕਲ ਦਰਸ਼ਨ ਨਹੀਂ ਹੈ, ਉਹ ਸਿਰਫ ਰੁਮਾਲੇ ਦੇ ਅੰਦਰ ਵਿਰਾਜਮਾਨ ਹੈ। ਉਹਨਾਂ ਦੀ ਜਿਹੜੀ ਬਾਣੀ ਹੈ, ਇਸੇ ਕਰਕੇ ਗੁਰੂ ਸਾਹਿਬ ਲਿਖ ਕੇ ਗਏ ਨਾ ਭਾਈ, ਬਾਣੀ ਗੁਰੂ ਹੈ, ਰੁਮਾਲਾ ਗੁਰੂ ਨਹੀਂ ਹੈ, ਉਹ ਚਾਰਪਾਈ ਗੁਰੂ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਦੀ ਲਖਤ ਹੈ ਉਸ ਨੂੰ ਸਮਝੇਗਾ ਤਾਂ ਫਿਰ ਤੇਰੇ ਅੰਦਰ ਚਾਨਣਾ ਹੋਏਗਾ। ਦਰਸ਼ਨ ਮਤਲਬ ਬਾਹਰਲੇ ਦਰਸ਼ਨ ਨਹੀਂ ਕਰਨੇ, ਆਪਾਂ ਨੂੰ ਬਾਣੀ ਦੇ ਅੰਦਰ ਜਾਣਾ, ਬਾਣੀ ਨੂੰ ਸਮਝਣਾ, ਉਹ ਫਿਰ ਦਰਸ਼ਨ ਹੋਣਗੇ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਿਸ ਤਰ੍ਹਾਂ ਆਪਾਂ ਇਸ ਨਜ਼ਰੀਏ ਨਾਲ ਵੇਖਾਂਗੇ ਫਿਰ ਜਿਹੜੀ ਸਾਡੀ ਗਤੀ ਹੈ ਉਹ ਪਵਿੱਤਰ ਹੋ ਜਾਏਗੀ, ਨਿਰਮਲ ਹੋ ਜਾਏਗੀ। ਭੇਟਤ ਸੰਗ ਰਾਮ ਗੁਣ ਰਵੇ, ਜਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਭੇਟ ਕਰ ਦੇਵਾਂਗੇ ਗੁਰੂ ਸਾਹਿਬ ਦੇ ਅੱਗੇ ਔਰ ਰਾਮ ਦੇ ਗੁਣ ਦਾ ਗਾਇਨ ਕਰਾਂਗੇ, ਉਸੇ ਤਰ੍ਹਾਂ ਅਸੀਂ ਉਹ ਰਾਮ ਦੇ ਗੁਣਾਂ ਵਿੱਚ ਅੰਦਰ ਡੁੱਬਦੇ ਜਾਵਾਂਗੇ, ਸਮਾਉਂਦੇ ਜਾਵਾਂਗੇ। ਪਾਰ ਬ੍ਰਹਮ ਕੀ ਦਰਗਾਹ ਗਵੇ, ਉਹ ਫਿਰ ਵਿਅਕਤੀ, ਉਹ ਸਿੱਖ, ਉਹ ਜੋ ਵੀ ਹੈ ਮਨੁੱਖ ਜਨ ਹਰੀਜਨ, ਉਹ ਜਿਹੜਾ ਪਾਰ ਬ੍ਰਹਮ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਹੋਏਗਾ, ਚਲਾ ਜਾਏਗਾ। ਸੁਨ ਕਰ ਬਚਨ ਕਰਨ ਆਘਾਨੇ, ਇਹ ਜਿਤਨੇ ਵੀ ਬਚਨ ਹਨ ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੇ ਨੇ, ਸੁਖਮਨੀ ਸਾਹਿਬ ਵਿੱਚ ਦਰਜ ਨੇ, ਸੁਣਨ ਤੋਂ ਬਾਅਦ ਯਦि ਤੁਹਾਡੇ ਅੰਦਰ ਇਹ ਸੀਜ ਗਏ ਤਾਂ ਫਿਰ ਜਿਹੜਾ ਹੈ ਮਨ ਸੰਤੋਖ ਆਤਮ ਪਤੀ ਆਨੇ, ਮਨ ਵਿੱਚ ਸੰਤੋਖ ਪੈ ਜਾਏਗਾ। ਆਤਮਾ ਜਿਹੜੀ ਹੈ ਉਹ ਪਸੀਜ ਜਾਏਗੀ, ਭਿੱਜ ਜਾਏਗੀ ਆਤਮਾ। ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਘਟਨਾ ਸ਼ੁਰੂ ਹੋ ਜਾਏਗੀ। ਪੂਰਾ ਗੁਰ ਔਖਾ ਜਾਕਾ ਮੰਤਰ, ਉਹ ਜਿਹੜਾ ਮੰਤਰ ਹੈਗਾ ਪੂਰਾ ਹੈ, ਉਹੀ ਦਵਾਈ ਹੈ। ਉਹ ਦਵਾਈ ਕਾਹੇ ਦੀ ਹੈ? ਉਹ ਹਰ ਚੀਜ਼ ਦੀ ਦਵਾਈ ਹੈ। ਔਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ, ਫਿਰ ਜਿਹੜੀ ਦ੍ਰਿਸ਼ਟੀ ਹੈ ਉਹ ਅੰਮ੍ਰਿਤਮਈ ਹੋ ਜਾਏਗੀ ਔਰ ਸੰਤ ਜਿਹੜਾ ਇਸ ਤਰ੍ਹਾਂ ਦਾ ਮਨੁੱਖ ਹੈ ਉਹ ਉੱਤੇ ਉੱਠ ਜਾਏਗਾ, ਉਸका स्पिरिचुअल लेवल ਉੱਤੇ ਚਲਾ ਜਾਏਗਾ। गुण बेअंत कीमत नहीं पाए,
ਕੀਮਤ ਨਹੀਂ ਪਾਈ ਜਾ ਸਕਦੀ। ਇਹ ਜਿਹੜਾ ਐਲੀਵੇਟਡ ਮਨੁੱਖ ਬਣ ਗਿਆ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਨਾਨਕ ਤਿਸ ਭਾਵੇ ਜਿਸ ਲਏ ਮਿਲਾਏ, ਜਿਸ ਨੂੰ ਪਰਮਾਤਮਾ ਭਾਏਗਾ ਉਸ ਨੂੰ ਮਿਲਾ ਲਏਗਾ। ਜਿਹੜਾ ਸ਼ਰਤਾਂ ਕੰਡੀਸ਼ਨਾਂ ਪੂਰੀ ਕਰੇਗਾ, ਨਾਮ ਹਿਸਾਬ ਨਾਲ ਲਏਗਾ, ਲੋਭ ਮੋਹ ਹੰਕਾਰ ਇਹ ਸਭ ਅਵਗੁਣਾਂ ਤੋਂ ਬਚੇਗਾ, ਤਾਂ ਫਿਰ ਜਿਹੜਾ ਹੈ ਪ੍ਰਭੂ ਉਸ ਨੂੰ ਮਿਲਾਏਗਾ। ਲੇਕਿਨ ਇਹ ਸਾਰਾ ਕੰਮ ਸਟੈਪ ਬਾਈ ਆਟੋਮੈਟਿਕਲੀ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਵਿੱਚ ਵਾਪਰਿਆ, ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਵਿੱਚ ਵਾਪਰਿਆ, ਉਸੇ ਤਰ੍ਹਾਂ ਤੁਹਾਡੇ ਅੰਦਰ ਵੀ ਵਾਪਰ ਜਾਏਗਾ ਜੇ ਆਪਾਂ ਸਿਸਟੇਮੈਟਿਕ ਨਾਮ ਲਵਾਂਗੇ। ਜੀਵਾ ਏਕ ਉਸਤਤ ਅਨੇਕ, ਇੱਕ ਜੀਵਾ ਹੈ ਲੇਕਿਨ ਅਨੇਕ ਉਸਤਤੀ ਅਨੇਕ ਹੈਗੀ। ਜੀਵਾ ਇੱਕੋ ਮੇਰੀ ਹਿਲਦੀ ਰਹਿੰਦੀ ਨੇ, ਮੈਂ ਕਈ ਵਾਰੀ ਜਿਹੜਾ ਵਾਹਿਗੁਰੂ 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 ਇਸ ਤਰ੍ਹਾਂ ਕਰਦਾ ਰਹਿੰਦਾ ਨਾ, ਉਸਤਤ ਕਈ ਹੋ ਗਈਆਂ ਨੇ ਇਸ ਜੀਵਾ ਨਾਲ। ਜੀਵਾ ਇੱਕੋ ਹੈਗੀ ਲੇਕਿਨ ਉਸਤਤ ਜਿਹੜੀ ਹੈ ਅਨੇਕ ਵਾਰ ਇਨਸਾਨ ਕਰਦਾ ਹੈ। ਸਤਿਪੁਰਖ ਪੂਰਨ ਵਿਵੇਕ, ਸਤਿਪੁਰਖ ਜਿਹੜਾ ਹੈ ਉਹਦੇ ਵਿੱਚ ਬਹੁਤ ਗਿਆਨ ਹੈ। ਵਿਵੇਕ ਮਤਲਬ ਗਿਆਨ। ਸਤਿਪੁਰਖ ਪੂਰਨ ਵਿਵੇਕ, ਪੂਰਾ ਗਿਆਨ ਉਸ ਸਤਿਪੁਰਖ ਦੇ ਅੰਦਰ ਹੈ। ਜਦ ਉਹ ਸਤਿਪੁਰਖ ਦਾ ਗਿਆਨ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵਿੱਚ ਆ ਗਿਆ, ਉਹ ਸਤਿਗੁਰੂ ਬਣ ਗਏ। ਜਿਸ ਤਰ੍ਹਾਂ ਆਪਾਂ ਸ਼ਲੋਕ ਵਿੱਚ ਸੁਣਿਆ, ਅਗਮ ਅਗੋਚਰ ਪਾਰ ਬ੍ਰਹਮ ਨਿਰਵਾਣੀ। ਇਹ ਜਿਹੜਾ ਅਗਮ ਹੈ, ਨਾ ਚੱਲਣ ਵਾਲਾ, ਅਗੋਚਰ ਨਾ ਦਿਖਣ ਵਾਲਾ, ਔਰ ਪ੍ਰਭੂ ਜਿਹੜਾ ਹੈ ਨਿਰਵਾਣੀ ਹੈ, ਸਾਇਲੈਂਟ ਹੈ, ਸਾਇਲੈਂਸ ਹੈ। ਬਾਣੀ ਰੂਪ ਅਲੱਗ ਹੈ, ਸਾਇਲੈਂਸ ਰੂਪ ਅਲੱਗ ਹੈ। ਦੋਹਾਂ ਰੂਪਾਂ ਵਿੱਚ ਉਹੀ ਹੈ। ਬਾਣੀ ਜਦ ਸਾਡੀ ਨਿਰਵਾਣ ਹੋ ਜਾਂਦੀ, ਨਿਰਵਾਣ ਇੱਕ ਮਨੁष्य ਦੀ ਇੱਕ ਅਵਸਥਾ ਹੈ, ਮੌਨ ਅਵਸਥਾ ਜਾਂ ਨਿਰਵਾਣ। No sound inside, silence will be there inside the mind. No mind, ਨਮਨ, ਕੋਈ ਮਨ ਨਹੀਂ, ਕੋਈ ਸਮੁੰਦਰ ਨਹੀਂ ਵਿਚਾਰਾਂ ਦਾ। ਉਹ ਨਿਰਵਾਣ ਅਵਸਥਾ ਵੀ ਉਸੇ ਨੂੰ ਆਖਦੇ ਨੇ। ਨਿਰਵਾਣੀ ਜਦ ਹੋ ਜਾਏਗਾ ਤਾਂ ਉਸ ਨੂੰ ਨਿਰਾਹਾਰ, ਨਿਰਵੈਰ, ਸੁਖਦਾਈ। ਫਿਰ ਉਸ ਨੂੰ ਕਿਸੇ ਕਿਸਮ ਦਾ ਭੋਜਨ, ਇਹ ਫਿਜ਼ੀਕਲ ਭੋਜਨ ਅਲੱਗ ਹੈ, ਉਹ ਭੋਜਨ ਅਲੱਗ ਹੈ। ਇਹ ਸਾਰੀਆਂ ਗੱਲਾਂ ਅੰਦਰ ਦੀ ਹੈਗੀਆਂ ਨੇ, ਲੇਕਿਨ ਅੰਦਰ ਔਰ ਬਾਹਰ ਨੂੰ ਮਿਕਸ ਕਰਨ ਦੀ ਲੋੜ ਨਹੀਂ ਹੈ। ਅੰਦਰ ਦੀ ਗੱਲਾਂ ਅੰਦਰ ਦੇ ਪੈਮਾਨੇ 'ਤੇ ਸਮਝਣਾ ਪੈਂਦਾ, ਔਰ ਜਿਹੜਾ ਹੈ ਉਹ ਨਿਰਵੈਰ ਹੋ ਜਾਏਗਾ। ਜਿਸ ਤਰ੍ਹਾਂ ਪਰਮਾਤਮਾ ਨਿਰਵੈਰ ਹੈ, ਉਹ ਪੁਰਖ ਜਿਹੜਾ ਹੈ ਉਹ ਨਿਰਵੈਰ ਹੈ। ਆਪਾਂ ਜਿਹੜਾ ਉਹਦੇ ਵਿੱਚ ਸੁਣ ਚੁੱਕੇ ਹਾਂ, ਅਕਾਲ ਮੂਰਤ ਹੈ, ਨਿਰਵੈਰ ਹੈ, ਨਿਰਭੈ ਹੈ। ਅਤੇ ਸਾਰੇ ਗੁਣ ਜਿਹੜੇ ਨੇ ਇਹ ਸਤਿਗੁਰੂ ਦੀ ਸੇਵਾ ਕਰਨ ਨਾਲ ਆਮ ਮਨੁੱਖ ਦੇ ਅੰਦਰ ਵੀ ਆ ਜਾਂਦਾ, ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਵੀ ਦੇ ਅੰਦਰ ਆ ਗਿਆ। ਤਾਂ ਕਿ ਕੀਮਤ ਕਿਨੇ ਨਾ ਪਾਈ, ਉਹਦੀ ਕੀਮਤ ਫਿਰ ਪਾਈ ਨਹੀਂ ਜਾ ਸਕਦੀ ਜਦੋਂ ਬੰਦਾ ਮਨੁੱਖ ਨਿਰਵੈਰ ਹੋ ਜਾਂਦਾ ਹੈ, ਸੁਖਦਾਈ ਹੋ ਜਾਂਦਾ ਹੈ। ਅਨੇਕ ਭਗਤ ਬੰਧਨ ਨਿਤ ਕਰ ਹੈ। ਅਨੇਕਾਂ ਭਗਤ ਹੈਗੇ ਨੇ, ਉਹ ਬੰਦਨਾ ਕਰ ਰਹੇ ਨੇ, ਅਰਦਾਸਾਂ ਕਰ ਰਹੇ ਨੇ, ਨਿਤ ਕਰ ਹੈ, ਨਿਤ ਕਰੀ ਜਾ ਰਹੇ ਨੇ। ਚਰਨ ਕਮਲ ਹਿਰਦੈ ਸਿਮਰੈ, ਔਰ ਪਰਮਾਤਮਾ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਸਦ ਬਲਿਹਾਰੀ ਸਤਿਗੁਰ ਆਪਣੇ, ਔਰ ਉਹ ਮਨੁੱਖ ਭਗਤ ਜਿਹੜੇ ਨੇ ਉਹ ਬਲਿਹਾਰਨੇ ਜਾ ਚੁੱਕੇ ਨੇ ਆਪਣੇ ਸਤਿਗੁਰ 'ਤੇ, ਕਿਉਂਕਿ ਸਤਿਗੁਰ ਨੇ ਟੈਕਨੀਕ ਦੱਸੀ ਹੈ। ਸਤਿਗੁਰ ਦੀ ਦੱਸੀ ਹੋਈ ਟੈਕਨੀਕ ਨਾਲ ਉਹ ਅੱਗੇ ਵਧ ਰਹੇ ਨੇ ਔਰ ਸਤਿਪੁਰਖ ਦੀ ਪਛਾਣ ਕਰ ਰਹੇ ਨੇ। ਸਤਿਪੁਰਖ ਦਾ ਜਿਸ ਤਰ੍ਹਾਂ ਉਹਨਾਂ ਨੂੰ ਨੌਲੇਜ ਆ ਰਿਹਾ ਹੈ, ਉਹਨਾਂ ਦੀ ਸਟੇਜ ਅੱਗੇ ਵਧ ਰਹੀ ਹੈ। ਐਸੇ ਅਨੇਕਾਂ ਭਗਤ ਹੈਗੇ ਨੇ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਾਣੇ, ਜਿਹਦੀ ਕਿਰਪਾ ਨਾਲ ਇਹ ਸਭ ਚੱਲ ਰਿਹਾ ਹੈ ਉਹ ਪ੍ਰਭੂ ਹੈ। ਕਿਰਪਾ ਪ੍ਰਭੂ ਦੀ ਹੁੰਦੀ ਰਹਿੰਦੀ। ਸਤਿਗੁਰ ਗਿਆਨ ਦੇ ਦਿੰਦੇ ਨੇ, ਦੱਸ ਦਿੰਦੇ ਨੇ ਟੈਕਨੀਕ, ਔਰ ਕਿਰਪਾ ਜਿਹੜੀ ਹੈ 24 ਘੰਟੇ ਉਸ ਮਾਲਕ ਦੀ ਹੁੰਦੀ। ਲੇਕਿਨ ਹੌਲੀ ਹੌਲੀ ਉਸ ਮਾਲਕ ਦੇ ਬਾਰੇ ਵੀ ਸਮਝ ਵਿੱਚ ਆਉਣ ਲੱਗਦਾ ਹੈ। ਇਹ ਹਰ ਰਸ ਪਾਵੇ ਜਨ ਕੋਈ ਜਨ ਜਿਹੜਾ ਹੈ ਇਹ ਹਰੀ ਦੇ ਰਸ ਨੂੰ ਪ੍ਰਾਪਤ ਹੁੰਦਾ ਹੈ। ਉਸ ਨੂੰ ਅੰਮ੍ਰਿਤ ਪੀਵੇ ਅਮਰ ਸੁ ਹੋਵੇ। ਇਸ ਨੂੰ ਗੁਰੂ ਸਾਹਿਬ ਦੱਸ ਰਹੇ ਨੇ, ਇਹ ਜਿਹੜਾ ਰਸ ਹੈ ਉਹ ਅੰਮ੍ਰਿਤ ਵਾਂਗਰ ਹੈ। ਔਰ ਫਿਰ ਇਹ ਵਾਲਾ ਜਿਹੜਾ ਅੰਮ੍ਰਿਤ ਪੀ ਲਵੇਗਾ ਤੇ ਉਹ ਵੀ ਅਮਰ ਹੋ ਜਾਏਗਾ। ਉਹ ਫਿਰ ਇਹ ਜਨਮ ਮਰਨ ਦੇ ਗੇੜੇ ਤੋਂ ਉੱਚਾ ਚਲਾ ਜਾਏਗਾ, ਹਟ ਜਾਏਗਾ। ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼, ਐਸੇ ਪੁਰਖ ਦਾ ਵਿਨਾਸ਼ ਕਦੇ ਵੀ ਨਹੀਂ ਹੁੰਦਾ।
जाके मन प्रगटे गुणतास, ਜਿਹਦੇ ਮਨ ਵਿੱਚ ਜਿਹੜਾ ਹੈ ਪਰਮਾਤਮਾ ਪ੍ਰਗਟ ਹੋ ਗਿਆ, ਜਾਂ ਗੁਣਤਾਸ, ਗੁਣਾਂ ਦਾ ਖਜ਼ਾਨਾ। ਗੁਣਤਾਸ मतलब गुणा ਦਾ ਖਜ਼ਾਨਾ। गुणा ਦਾ ਖਜ਼ਾਨਾ ਆਟੋਮੈਟਿਕਲੀ ਆ ਜਾਏਗਾ। जिस तरह नाम जकेगा, 8 पहर हर का नाम ले, ऐसा मनुष्य 8 पहर ਜਿਹੜਾ ਹਰੀ ਦਾ ਨਾਮ ਲੈਂਦਾ ਰਹਿੰਦਾ, ਉਸੇ ਵਿੱਚ ਡੁੱਬਿਆ ਰਹਿੰਦਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ, ਸੱਚੇ ਉਪਦੇਸ਼ ਜਿਹੜੇ ਨੇ ਫਿਰ ਉਹਦੇ ਨੇੜੇ ਤੇੜੇ ਜੋ ਵੀ ਮਨੁੱਖ ਆਉਂਦੇ ਨੇ ਉਹਨਾਂ ਨੂੰ ਦੇ ਦਿੰਦਾ ਸੱਚਾ ਉਪਦੇਸ਼। ਮੋਹ ਮਾਇਆ ਕੇ ਸੰਗ ਨਾ ਲੈ, ਉਹਦਾ ਮੋਹ ਔਰ ਮਾਇਆ ਨਾਲ ਕੋਈ ਵਾਸਤਾ ਨਹੀਂ ਰਹਿੰਦਾ, ਜੋੜ ਮੇਲ ਨਹੀਂ ਰਹਿੰਦਾ। ਮਨ ਮੈਂ ਰਾਖੇ ਹਰ ਹਰ ਏਕ, ਮਨ ਦੇ ਅੰਦਰ ਇੱਕੋ ਹਰੀ ਉਹਦੇ ਚੱਲਦਾ ਰਹਿੰਦਾ। ਅੰਧਕਾਰ ਦੀਪਕ ਪ੍ਰਗਾਸੇ, ਅੰਧਕਾਰ ਜਿਹੜਾ ਹੈਗਾ ਉਹਦੇ ਅੰਦਰ ਫਿਰ ਇੱਕ ਛੋਟਾ ਜਿਹਾ ਦੀਪਕ ਜਲ ਜਾਂਦਾ ਹੈ, ਪ੍ਰਗਾਸ਼ਿਤ ਹੋ ਜਾਂਦਾ ਹੈ। ਨਾਨਕ ਭਰਮ ਮੋਹ ਦੁਖ ਤਹਤੇ ਨਾਸੇ, ਨਾਨਕ ਕਹਿੰਦੇ ਨੇ ਭਾਈ ਉਹ ਮਨੁੱਖ ਜਿਹੜਾ ਹੈ ਭਰਮ ਤੋਂ, ਮੋਹ ਤੋਂ ਔਰ ਦੁੱਖ ਤੋਂ ਦੂਰ ਹੋ ਜਾਂਦਾ ਹੈਗਾ। ਤਪਤ ਮਾਇ ਠਾੜ ਵਰਤਾਈ, ਸੰਸਾਰ ਪੂਰਾ ਤਪ ਰਿਹਾ, ਮਾਇਆ ਦਾ ਤਪਸ਼ ਜਿਹੜੀ ਹੈ ਬਹੁਤ ਜ਼ਿਆਦਾ ਹੈ। ਔਰ ਜਿਹੜਾ ਹੈ ਪਰਮਾਤਮਾ ਜਿਹੜਾ ਇਸ ਮੰਤਰ ਨੂੰ ਜਪ ਕੇ ਅੰਦਰ ਠੰਡ ਜਿਹੜੀ ਹੈ ਵਰਤ ਜਾਂਦੀ ਹੈ, ਮਨ ਜਿਹੜਾ ਠੰਡਾ ਹੋ ਜਾਂਦਾ। ਆਨੰਦ ਭਇਆ ਦੁੱਖ ਨਾਠੇ ਭਾਈ, ਆਨੰਦ ਪ੍ਰਾਪਤ ਹੋਣ ਲੱਗਦਾ ਹੈ, ਦੁੱਖ ਜਿਹੜੇ ਨੇ ਨੱਠ ਜਾਂਦੇ ਨੇ। ਜਨਮ ਮਰਨ ਕੇ ਮਿਟੇ ਅੰਦੇਸੇ, ਜਨਮ ਮਰਨ ਦਾ ਫਿਰ ਜਿਹੜਾ ਹੈਗਾ ਅੰਦੇਸ਼ਾ ਉਹ ਖਤਮ ਹੋ ਜਾਂਦਾ ਹੈ, ਕਾਨਫੀਡੈਂਟ ਹੋ ਜਾਂਦਾ ਹੈ ਮਨੁੱਖ, ਜਿਸ ਨੂੰ ਇਹ ਸਭ ਉਪਰਯੁਕਤ ਚੀਜ਼ਾਂ ਵਾਪਰਦੀਆਂ ਨੇ, ਕਿਰਪਾ ਹੁੰਦੀ ਹੈ। ਸਾਧ ਕੇ ਪੂਰਨ ਉਪਦੇਸੇ, ਇਹ ਜਿਹੜਾ ਉਪਦੇਸ਼ ਹੈ ਸਾਧ ਦਾ, ਪੂਰਨ ਜਿਹੜਾ ਹੈ ਪੂਰਨ ਸਾਧ ਦਾ ਜਿਹੜਾ ਉਪਦੇਸ਼, ਉਹਦੇ ਨਾਲ ਇਹ ਸਭ ਵਾਪਰਦਾ ਹੈ। ਭਉ ਚੁੱਕਾ ਨਿਰਭਉ ਹੋਏ ਬਸੇ, ਭਉ ਜਿਹੜਾ ਖਤਮ ਹੋ ਜਾਂਦਾ ਹੈ, ਡਰ ਖਤਮ ਹੋ ਜਾਂਦਾ ਹੈ, ਨਿਰਭਉ ਹੋ ਜਾਂਦਾ ਹੈ ਮਨੁष्य। ਸਗਲ ਵਿਆਧ ਮਨ ਤੇਖੈ ਨਸੇ, ਜਿਤਨੀ ਵੀ ਵਿਆਧੀਆਂ ਹਨ ਉਹ ਮਨ ਤੋਂ ਹੀ ਨਸ ਜਾਂਦੀਆਂ ਨੇ। ਮਨ ਦੇ ਅੰਦਰ ਜਿਹੜੀ ਡਿਸਟਰਬੈਂਸ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ। ਮਨ ਦੀ ਡਿਸਟਰਬੈਂਸ ਹੀ ਗੁਰੂ ਸਾਹਿਬ ਲਿਖਦੇ ਨੇ ਖਤਮ ਹੋ ਜਾਂਦੀ ਹੈ, ਮਨ ਤੇ ਖੈ ਨਸੇ ਨਸ ਜਾਂਦੀਆਂ ਨੇ। ਜਿਸ ਕਾ ਸਾਤਨ ਕਿਰਪਾ ਧਾਰੀ, ਜਿਸ ਪਰਮਾਤਮਾ ਨੇ ਬਣਾਇਆ ਹੈ ਉਸਨੇ ਕਿਰਪਾ ਕਰ ਦਿੱਤੀ। ਜਿਸ ਪਰਮਾਤਮਾ ਨੇ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ, ਹੁਣ ਉਸੇ ਨੇ ਗੁਰੂ ਨਾਨਕ ਦੇਵ ਜੀ ਨੇ ਇੱਕ ਮੰਤਰ ਦਿੱਤਾ ਸੀਗਾ, ਬੈਠਦੇ ਗੁਰੂ ਅੰਗਦ ਦੇਵ ਜੀ ਸੀਗੇ। ਮਿਹਨਤ ਜਿਹੜੀ, ਲੇਕਿਨ ਗੁਰ ਦੇਣਾ ਵੀ ਵੱਡੀ ਗੱਲ ਹੈ। ਗੁਰ ਉਹੀ ਦੇ ਸਕਦਾ ਜਿਹੜਾ ਖੁਦ ਆਪ ਸਤ ਪੁਰਖ ਨੂੰ ਜਾਣਦਾ ਹੈ। ਜੋ ਆਪ ਉਸ ਸਟੇਜ ਤੋਂ ਨਹੀਂ ਗੁਜ਼ਰਿਆ ਹੈ ਫਿਰ ਉਹਦੀ ਗੱਲ ਦਾ ਕੋਈ ਵੈਲਿਡਿਟੀ ਨਹੀਂ ਰਹਿੰਦੀ ਹੈ। ਉਹ ਪੜ੍ਹੀ ਪੜ੍ਹਾਈ ਚੀਜ਼ ਹੈ, ਉਸਨੇ ਪੜ੍ਹੀ ਪੜ੍ਹਾਈ ਚੀਜ਼ ਅਗਲੇ ਨੂੰ ਦੱਸ ਦਿੱਤੀ, ਬਹੁਤ ਚੰਗੀ ਤਰ੍ਹਾਂ ਦੱਸਦੀ, ਲੇਕਿਨ ਪ੍ਰੈਕਟੀਕਲੀ ਉਹ ਜਿਹੜਾ ਡਿਸੈਪਲ ਹੈ ਉਹ ਅੱਗੇ ਨਹੀਂ ਵਧ ਪਾਉਂਦਾ। ਥਿਤ ਪਾਈ ਚੂਕੇ ਭ੍ਰਮ ਗਵਨ, ਸਥਿਰਤਾ ਪ੍ਰਾਪਤ ਹੋ ਜਾਏਗੀ, ਜਿਤਨੇ ਭ੍ਰਮ ਹੈਗੇ ਨੇ ਉਹ ਖਤਮ ਹੋ ਜਾਣਗੇ। ਸੁਨ ਨਾਨਕ ਹਰ ਹਰ ਜਸ ਸ਼ਰਵਨ, ਨਾਨਕ ਕਹਿੰਦੇ ਨੇ ਭਾਈ ਹਰੀ ਦਾ ਜਸ ਸ਼ਰਵਣ ਕਰ, ਤੂੰ ਅਨਾਹਦ ਨਾਦ ਨੂੰ ਸ਼ਰਵਣ ਕਰ। ਅਨਾਹਦ ਨਾਦ ਹੀ ਬਾਣੀ ਐਸੀ ਹੈ ਜਿਹੜੀ ਕਿ ਸੱਚੀ ਬਾਣੀ ਹੈ। ਗੁਰੂ ਅਮਰਦਾਸ ਜੀ ਨੇ ਇਹਦੇ ਉੱਤੇ ਬਹੁਤ ਚੰਗੀ ਤਰ੍ਹਾਂ ਪ੍ਰਕਾਸ਼ ਪਾਇਆ ਹੈ। ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ ਉਹਦੇ ਵਿੱਚ ਅਨਾਹਦ ਨਾਦ ਦੇ ਨਾਲ ਕੀ ਹੋਏਗਾ ਸਾਰੀ ਜਿਹੜਾ ਉਹਨਾਂ ਨੇ ਲਿਖਤ ਲਿਖੀ, ਮੈਂ ਵੀ ਵੀਡੀਓ ਪਾਈ ਹੋਈ ਹੈ ਉਹਦੇ ਬਾਰੇ ਵਿੱਚ, ਆਪ ਦੇਖ ਸਕਦੇ ਹੋ, ਸਮਝ ਸਕਦੇ ਹੋ। ਨਿਰਗੁਣ ਆਪ ਸਰਗੁਣ ਵੀ ਉਹੀ, ਉਹ ਜਿਹੜਾ ਹੈਗਾ ਨਿਰਗੁਣ ਹੈ। ਨਿਰਗੁਣ मतलब ਕੋਈ ਗੁਣ ਨਹੀਂ, ਨਾ ਕੋਈ ਲੰਬਾਈ, ਨਾ ਕੋਈ ਚੌੜਾਈ, ਨਾ ਕੋਈ ਮੋਟਾਈ, ਨਾ ਕੋਈ ਰੰਗ, ਨਾ ਕੋਈ ਰੂਪ, ਨਿਰਗੁਣ, ਕੋਈ ਗੁਣ ਨਹੀਂ। ਸਰਗੁਣ ਵੀ ਉਹੀ। ਹੁਣ ਬਾਹਰਲੇ ਪਾਸੇ ਦੇਖੋਗੇ ਸਾਰੇ ਗੁਣ ਵੀ ਉਸੇ ਦੇ ਹੈਗੇ ਨੇ, ਚੰਦ ਹੈ, ਤਾਰ ਹੈ, ਤਾਰੇ ਹੈਗੇ ਨੇ, ਸਭ ਹੈ, ਸਰਗੁਣ ਰੂਪ ਹੈ। ਇਹ ਨਿਰਗੁਣ ਰੂਪ ਹੈ। ਇਹ ਜਿਹੜਾ ਵਿਖਦਾ ਹੈ ਉਹ ਵਿਖਦਾ ਨਹੀਂ ਹੈ। ਲੇਕਿਨ ਸਰਗੁਣ ਦਾ ਇਹ ਮਤਲਬ ਨਹੀਂ ਗੁਰੂ ਨਾਨਕ ਦੇਵ ਜੀ ਦਾ ਸਰੀਰ ਰੂਪ। ਸਰਗੁਣ ਮਤਲਬ ਪਰਮਾਤਮਾ ਜਿਹੜਾ ਸਰਗੁਣ, ਜਿਹੜਾ ਸਭ ਗੁਣਾਂ ਨਾਲ ਭਰਿਆ ਹੋਇਆ। ਸਰਗੁਣ ਵੀ ਹੋਈ ਹੈ, ਨਿਰਗੁਣ ਵੀ ਹੋਈ। ਆਪਣੇ ਚਰਿਤ ਪ੍ਰਭ ਆਪ ਬਣਾਏ, ਉਹ ਜਿਹੜਾ ਹੈਗਾ ਉਹ ਸਭ ਪ੍ਰਭੂ ਨੇ ਹੀ ਬਣਾਇਆ ਹੋਇਆ ਹੈ। ਜੋ ਚੱਲ ਫਿਰ ਚੀਜ਼ਾਂ ਰਹੀਆਂ ਨੇ ਉਹਨਾਂ ਦਾ ਜਿਹੜਾ ਚਰਿੱਤਰ ਹੈਗਾ ਉਹ ਸਭ ਪਰਮਾਤਮਾ ਦਾ ਬਣਾਇਆ ਹੋਇਆ। ਟਾਈਮ 'ਤੇ ਜਿਹੜਾ ਹੈਗਾ ਧਰਤੀ ਦੇ ਉੱਤੇ ਰਾਤ ਹੋ ਜਾਂਦੀ ਹੈ, ਟਾਈਮ 'ਤੇ ਜਿਹੜਾ ਹੈ ਇਹ ਜਿਹੜਾ ਚਰਿੱਤਰ ਹੈ ਸੂਰਜ ਦਾ, ਚਰਿੱਤਰ ਹੈ ਪ੍ਰਥਵੀ ਦਾ, ਇਹ ਆਟੋਮੈਟਿਕਲੀ ਫਿਕਸ ਔਰ ਚੱਲਦਾ ਰਹਿੰਦਾ ਹੈ। ਉਹ ਪ੍ਰਭੂ ਨੇ ਬਣਾਇਆ ਹੈ। ਆਪਣੀ ਕੀਮਤ ਆਪੇ ਪਾਏ।
ਆਪਣੀ ਕੀਮਤ ਜਿਹੜਾ ਪਰਮਾਤਮਾ ਉਹ ਆਪੇ ਹੀ ਪਾਉਂਦਾ। ਹਰ ਬਿਨ ਦੂਜਾ ਨਾਹੀ ਕੋਈ, ਹਰੀ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਕੋਈ ਦੂਜਾ ਤੀਜਾ ਹੈ ਹੀ ਨਹੀਂ। ਹਰੀ ਹੈ ਸੋ ਹੈ। ਸਰਬ ਨਿਰੰਤਰ ਏਕੋ ਸੋਏ, ਨਿਰੰਤਰ ਹੈਗਾ ਉਹ। ਐਸਾ ਨਹੀਂ ਕਿ ਇੱਕ ਪੁਆਇੰਟ ਤੇ ਹੈ, ਇੱਕ ਪੁਆਇੰਟ ਤੇ ਨਹੀਂ, ਨਿਰੰਤਰ, ਹਰ ਸਮੇਂ ਹਰ ਜਗ੍ਹਾ। ਓਤ ਪੋਤ ਰਵਿਆ ਰੂਪ ਰੰਗ, ਹਰ ਜਗ੍ਹਾ ਜਿਹੜਾ ਉਹਦਾ ਰੰਗ ਜਿਹੜਾ ਰਵੀਆ ਹੋਇਆ ਹੈ। ਭਏ ਪ੍ਰਗਾਸ ਸਾਧ ਕੇ ਸੰਗ, ਤੁਹਾਨੂੰ ਪ੍ਰਗਾਸ ਤਾਂ ਆਏਗਾ ਜਦ ਤੁਸੀਂ ਸਾਧੂ ਦਾ ਸੰਗ ਕਰੋਗੇ, ਅਰਥਾਤ ਸੁਖਮਨੀ ਸਾਹਿਬ ਦੀ ਬਾਣੀ, ਬਾਣੀ ਰੂਪ ਦਾ ਸੰਗ ਵੀ ਕਰੋਗੇ ਤਾਂ ਜਿਹੜਾ ਪ੍ਰਗਾਸ ਆ ਜਾਏਗਾ। ਰਚ ਰਚਨਾ ਆਪਣੀ ਕਲਧਾਰੀ, ਜਿਹੜੀ ਰਚਨਾ ਹੈ ਉਹ ਰਚ ਦਿੱਤੀ ਹੈ ਪਰਮਾਤਮਾ ਨੇ, ਐਸੀ ਕਲਾ ਧਾਰ ਦਿੱਤੀ ਹੈ ਜਿਹਦਾ ਵਿਖਿਆਨ ਕਰਨਾ ਮੁਸ਼ਕਿਲ ਹੈ। ਸਾਰੀ ਕਲਾਵਾਂ ਨਾਲ, ਕਈ ਕਲਾਵਾਂ ਨਾਲ ਇਹ ਰਚਨਾ ਰਚੀ ਹੋਈ ਹੈ। ਅਨੇਕ ਵਾਰ ਨਾਨਕ ਬਲਿਹਾਰੀ। ਹੁਣ ਪੰਚਮ ਪਾਤਸ਼ਾਹ ਲਿਖਦੇ ਨੇ ਕਿ ਭਾਈ ਬੜੇ ਅਨੇਕਾਂ ਵਾਰ ਜਿਹੜਾ ਬਲਿਹਾਰਨੇ ਜਾਂਦਾ, ਕਿਉਂਕਿ ਗਿਆਨ ਬਹੁਤ ਹੈਗਾ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।